ये दसना चाहुंदा अज तो 10-15 साल पहलां 10 साल बननी चाहिए सी जो साडे तो पहलों वालियां ने सरकारां ने जां इत्थों दे जिहड़े जिम्मेवार सी उन्हां ने नहीं इस गल नूं गौर कीता। पिछले 2-3 दिनों तो तुसीं ये गल कीती सी भी अज सड़क का जिहड़ा नींह पत्थर रखिया जाऊगा, पर लोगों वालों एक सवाल बहुत वड्डा उभर के सामने आया कि 3 साल 3.5 साल का समा बीत चुका सरकार बनी नूं। आपां ये सड़क का निर्माण होनी क्यों शुरू किया? 3.5 साल पहलां सरकार कित्थे सी जां उदों क्यों नहीं शुरू किया गया? बनाउण नूं तो मैं उसे दिन तो चाहुंदा सी, पर जे सानूं अप्रूवल मिलदी पैसा मिलदा तां ही सी। हुण घरों तो मैं पैसा नहीं ला सकदा सी। तुसीं पिछे जे हुण गल कीती क्रेडिट वार दी, आम आदमी पार्टी की गल करिए उन्होंने समर्थन दिता एक संस्था नूं बिठाया, कुछ बंदे धरना ला के बैठे आ, वो भी इहदा धरना ला के इस चीज़ का क्रेडिट अपने सिर लेना चाहुंदे आ। उहदे बारे जिहड़ियां गल्लां सामने आईयां भी साडे दबाਅ हेठ आके ही इहदा अज निर्माण शुरू होया, ये की गल सच्ची है? जे हुण चीची वढ के मैं कहां मैं शहीद दा दर्जा पा लूँगा, ये तो नहीं हो सकता। शाहकोट वासियों की पिछले करीब 2 दहाकिਆਂ ਤੋਂ लटकदी आ रही प्रमुख मंग शाहकोट मोगा ਅਤੇ शाहकोट मलसियां रोड ਨੂੰ ਬਣਾਉਣ ਦੀ ਮੰਗ ਨੂੰ ਹਲਕਾ ਵਿਧਾਇਕ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਣਥੱਕ ਮਿਹਨਤ ਸਦਕਾ ਇਸ ਸੜਕ ਦਾ ਨੀਂਹ ਪੱਥਰ शाहकोट ਦੇ ਮਾਡਲ ਥਾਣਾ ਦੇ ਅੱਗੇ ਇੱਕ ਛੋਟੇ ਜਿਹੇ ਸਮਾਗਮ ਦੌਰਾਨ ਰੱਖਿਆ ਗਿਆ। ਇਸ ਮੌਕੇ ਤੇ ਲਾਡੀ ਸ਼ੇਰੋਵਾਲੀਆ ਵੱਲੋਂ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਸਤੀਸ਼ ਰਿਹਾਨ ਵੱਲੋਂ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਇਸ ਸੜਕ ਦੀ ਨਿਰਮਾਣਤਾ ਨੂੰ ਹਰੀ ਝੰਡੀ ਦਿੱਤੀ ਗਈ। ਇਸ ਮੌਕੇ ਸਾਡੀ टीम वालों MLA सरदार हरदेव सिंह लाडी शेरोवालिया नाल एक विशेष मीटिंग दौरान कुछ सवालों के जवाब पूछे गए। पेश है एक खास रिपोर्ट। लाडी साहब पहले तो बहुत बहुत स्वागत है तुहाडा जी साडे प्रोग्राम दे विच। सारे दर्शकों को बहुत बहुत सत श्री अकाल। लाडी भाजी अज सड़क का नींह पत्थर तुसीं रखिया, इस सड़क की प्रमुख मंग सी, पहलां तो सड़क बारे सानूं थोड़ी जानकारी दिओ, की औकड़ां आईयां ते किन्ना समा लगा तुहानूं इस सड़क के निर्माण की शुरुआत करन दे विच? ये सड़क जिहड़ी आ नैशनल हाईवे सी ਤੇ ਸਾਡੇ ਪਿਛਲੇ ਸਮੇਂ ਜਦੋਂ ਬਾਈਪਾਸ ਬਣ ਗਿਆ ਸ਼ਾਹਕੋਟ ਦਾ ਤੇ ਇਹ ਜਿਹੜੀ ਸੜਕ ਹੈ ਲਵਾਰਸ ਹੋ ਚੁੱਕੀ ਸੀ, ਜਿਹੜੀ ਕਿ ਬਹੁਤ ਇਲਾਕੇ ਦੀ ਮੁੱਖ ਮੰਗ ਸੀ। ਜਦੋਂ ਮੈਂ 2017 'ਚ ਇਲੈਕਸ਼ਨ ਲੜਿਆ ਉਦੋਂ ਵੀ ਇਹ ਮੰਗ ਉੱਭਰ ਕੇ ਸਾਹਮਣੇ ਆਈ ਸੀ। ਜਦੋਂ 2018 'ਚ ਮੈਂ ਦੁਬਾਰਾ ਬਾਈ ਇਲੈਕਸ਼ਨ ਲੜਿਆ ਤਾਂ ਉਦੋਂ ਵੀ ਇਹ ਮੰਗ ਉੱਭਰ ਕੇ ਸਾਹਮਣੇ ਆਈ ਸੀ ਤੇ ਮੈਂ ਉਦੋਂ ਤੋਂ ਹੀ ਲੱਗਾ ਹੋਇਆ ਸੀ ਇਸ ਪ੍ਰੋਜੈਕਟ ਦੇ ਪਿੱਛੇ, ਕਿਉਂਕਿ ਜਦੋਂ ਨੈਸ਼ਨਲ ਹਾਈਵੇ ਤੇ ਸਟੇਟ ਦਾ ਕੋਈ ਗੱਲ ਹੋਵੇ ਤਾਂ ਉਹਦੇ ਵਿੱਚ ਉੱਥੇ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਬਹੁਤ ਫਰਕ ਹੁੰਦਾ ਜੀ, ਤੇ ਉਹ ਸੰਘਰਸ਼ ਸਮੇਂ ਸਾਨੂੰ ਬਹੁਤ ਉਹਦੀਆਂ ਔਕੜਾਂ ਆਈਆਂ। ਜਿਹੜੀ ਇਹ ਸੜਕ ਮੈਂ ਇਹ ਦੱਸਣਾ ਚਾਹੁੰਦਾ ਅੱਜ ਤੋਂ 10-15 ਸਾਲ ਪਹਿਲਾਂ 10 ਸਾਲ ਬਣਨੀ ਚਾਹੀਦੀ ਸੀ ਜੋ ਸਾਡੇ ਤੋਂ ਪਹਿਲੋਂ ਵਾਲਿਆਂ ਨੇ ਸਰਕਾਰਾਂ ਨੇ ਜਾਂ ਇੱਥੋਂ ਦੇ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੇ ਨਹੀਂ ਇਸ ਗੱਲ ਨੂੰ ਗੌਰ ਕੀਤਾ और उन्होंने लोगों की इस जरूरत नहीं समझा, उन्होंने अगनौलिया किया। तो सो जदों मैं पिंडां 'च जांदा सी उदों भी इस रोड की गल हुंदी सी, जदों मैं शहर 'च जांदा सी चाहे बच्चे स्कूल जाते सी चाहे किसी ने कि कोई भी कारोबार करन जाना बाहरों कारोबार करके शहर 'च आउणा तो बड़ी मुश्किल सी शहर 'च एंटर होना, चाहे इधरों चाहे उधरों दोनों पासियां तो। तो मैनूं महसूस होया भी यार वाकई ही लोकां नाल धक्का हो रहा, अन्याय आ, ਇਹਨੂੰ ਆਪਾਂ ਨੂੰ ਨਿਆਂ ਦੇਣ ਦੀ ਅੱਜ ਲੋੜ ਆ। ਜੇ ਮੈਨੂੰ ਲੋਕਾਂ ਨੇ ਨੁਮਾਇੰਦਾ ਬਣਾਇਆ ਮੇਰੀ ਜ਼ਿੰਮੇਵਾਰੀ ਬਣਦੀ ਆ ਵੀ ਲੋਕਾਂ ਦੀ ਆਵਾਜ਼ ਬਣ ਕੇ ਉੱਥੇ ਜਾਵਾਂ, ਚਾਹੇ ਦਿੱਲੀ ਜਾਵਾਂ ਚਾਹੇ ਕਿੱਥੇ ਵੀ ਜਾਵਾਂ। ਮੈਂ ਹਰ ਜਗ੍ਹਾ ਤੇ ਜਾ ਕੇ ਇਸ ਗੱਲ ਨੂੰ ਰੱਖਿਆ ਔਰ ਇਸ ਲੜਾਈ ਨੂੰ ਲੜਿਆ ਔਰ ਮੈਂ ਅੱਜ ਉਹ ਕਾਮਯਾਬ ਹੋਇਆ ਔਰ ਇਹਦਾ ਪ੍ਰੋਜੈਕਟ ਜਿਹੜਾ ਉਹ ਟੈਂਡਰ ਵਰਕ ਆਰਡਰ ਹੋ ਕੇ ਕੰਮ ਅੱਜ ਸਟਾਰਟ ਕਰਾ ਦਿੱਤਾ ਗਿਆ। ਲਾਡੀ ਭਾਜੀ ਪਿਛਲੇ 2-3 ਦਿਨੋਂ ਤੋਂ ਤੁਸੀਂ ਇਹ ਗੱਲ ਕੀਤੀ ਸੀ ਵੀ ਅੱਜ ਸੜਕ ਦਾ ਜਿਹੜਾ ਨੀਂਹ ਪੱਥਰ ਰੱਖਿਆ ਜਾਊਗਾ, ਪਰ ਲੋਕਾਂ ਵੱਲੋਂ ਇੱਕ ਸਵਾਲ ਬਹੁਤ ਵੱਡਾ ਉੱਭਰ ਕੇ ਸਾਹਮਣੇ ਆਇਆ ਕਿ 3 ਸਾਲ 3.5 ਸਾਲ ਦਾ ਸਮਾਂ ਬੀਤ ਚੁੱਕਾ ਸਰਕਾਰ ਬਣੀ ਨੂੰ। ਆਪਾਂ ਇਹ ਸੜਕ ਦਾ ਨਿਰਮਾਣ ਹੋਣੀ ਕਿਉਂ ਸ਼ੁਰੂ ਕੀਤਾ? 3.5 ਸਾਲ ਪਹਿਲਾਂ ਸਰਕਾਰ ਕਿੱਥੇ ਸੀ ਜਾਂ ਉਦੋਂ ਕਿਉਂ ਨਹੀਂ ਸ਼ੁਰੂ ਕੀਤਾ ਗਿਆ? ਦੇਖੋ ਲਵਲੀ ਜੀ, ਇਹ ਜਿਹੜੀ ਸਾਡੇ ਜਿਸ ਸਟੇਟ ਦੀ ਹੁੰਦੀ, ਜਿਹੜੀਆਂ ਸਟੇਟ ਦੀਆਂ ਰੋਡਸ ਆ ਉਹ ਤਾਂ ਮੈਂ ਸਾਰੀਆਂ ਹੀ ਬਣਾ ਦਿੱਤੀਆਂ, ਜਿਹੜੀਆਂ ਨਹੀਂ ਵੀ ਤਾਂ ਕਿਸੇ ਨੇ ਸੋਚੀਆਂ ਹੋਣਗੀਆਂ ਮੈਂ 18 ਫੁੱਟ ਕਰ ਦਿੱਤੀਆਂ, ਕਿਤੇ ਕੰਕਰੀਟ ਦੀਆਂ ਬਣਾਤੀਆਂ। ਲਿੰਕ ਰੋਡ ਸਾਰੀਆਂ ਬਣ ਗਈਆਂ, ਕੋਈ 500-550 ਕਿਲੋਮੀਟਰ ਆਪਣੇ ਹਲਕੇ ਦੀਆਂ, ਚਾਹੇ ਲਿੰਕ ਰੋਡ ਆ ਚਾਹੇ ਵਾਈਡਿੰਗ ਰੋਡ ਆ, ਸਾਰੀਆਂ ਹੀ ਮੇਰਾ ਖਿਆਲ 70-80 ਕਿਲੋਮੀਟਰ ਤਾਂ ਅਸੀਂ ਵਾਈਡਿੰਗ ਕਰਤੀਆਂ ਜੀ, ਤੇ ਬਾਕੀ ਜਿਹੜੀਆਂ ਅਸੀਂ ਬਣਾਈਆਂ ਉੱਦਾਂ ਬਣਾਈਆਂ। ਔਰ ਇਹ ਜਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਸੀ ਸਾਨੂੰ ਉਹਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਉਦੋਂ ਦੇ ਹੀ ਲੱਗੇ ਹੋਏ ਆ ਜਦੋਂ ਦੀ ਸਾਡੀ ਸਰਕਾਰ ਬਣੀ ਆ। ਕਈ ਟੈਕਨੀਕਲੀ ਇਸ਼ੂ ਸੀ। ਪਹਿਲੋਂ ਸਾਨੂੰ ਉਹਨਾਂ ਨੇ ਨੈਸ਼ਨਲ ਹਾਈਵੇ ਵਾਲਿਆਂ ਨੇ ਕਿਹਾ ਸੀ ਵੀ ਅਸੀਂ ਜਦੋਂ ਇਹ ਕੰਮ ਸਾਡਾ ਬਾਈਪਾਸ ਕੰਪਲੀਟ ਹੋ ਗਿਆ, ਕਿਉਂਕਿ ਉਹ ਆਪਦਾ ਮਟੀਰੀਅਲ ਢੋ ਰਹੇ ਸੀ,
ਵੀ ਅਸੀਂ ਇਹ ਤੁਹਾਨੂੰ ਬਣਾ ਕੇ ਦੇ ਕੇ ਜਾਵਾਂਗੇ। ਤੇ ਜਦੋਂ ਉਹ ਇੱਥੋਂ ਇਹਨਾਂ ਦਾ ਬਾਹਰਲਾ ਪ੍ਰੋਜੈਕਟ ਹੋ ਗਿਆ ਕੰਪਲੀਟ, ਤਾਂ ਉਹਨਾਂ ਨੇ ਸਾਨੂੰ ਬਣਾਉਣ ਤੋਂ ਨਾ ਨੁੱਕਰ ਕਰ ਦਿੱਤੀ। ਫਿਰ ਅਸੀਂ ਦੁਬਾਰਾ ਫਿਰ ਸੰਘਰਸ਼ ਕੀਤਾ, ਫਿਰ ਲੜਾਈ ਲੜੀ, ਫਿਰ ਇਹ 2-3 ਵਾਰ ਦਿੱਲੀ ਫਾਈਲ ਗਈ। ਦਿੱਲੀੋਂ ਫਾਈਲ ਜਦੋਂ ਆਬਜੈਕਸ਼ਨ ਲਾ ਕੇ ਵਾਪਸ ਆਈ, ਉਹ ਆਬਜੈਕਸ਼ਨ ਕਲੀਅਰ ਕਰਕੇ ਫਿਰ ਉਹਨੂੰ ਭੇਜਿਆ, ਤਾਂ ਫਿਰ ਜਾ ਕੇ ਅਸੀਂ ਕਾਮਯਾਬ ਹੋਏ। ਬਣਾਉਣ ਨੂੰ ਤਾਂ ਮੈਂ ਉਸੇ ਦਿਨ ਤੋਂ ਚਾਹੁੰਦਾ ਸੀ, ਪਰ ਜੇ ਸਾਨੂੰ ਅਪਰੂਵਲ ਮਿਲਦੀ, ਪੈਸਾ ਮਿਲਦਾ ਤਾਂ ਹੀ ਸੀ। ਹੁਣ ਘਰੋਂ ਤਾਂ ਮੈਂ ਪੈਸਾ ਨਹੀਂ ਲਾ ਸਕਦਾ ਸੀ, ਸੋ ਇਸ ਕਰਕੇ ਇਹ ਦਿੱਕਤਾਂ ਹੈ। ਇਹਦੀ ਤੁਸੀਂ ਪਿੱਛੇ ਜੇ ਹੁਣ ਗੱਲ ਕੀਤੀ ਕ੍ਰੈਡਿਟ ਵਾਰ ਦੀ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹਨਾਂ ਨੇ ਸਮਰਥਨ ਦਿੱਤਾ ਇੱਕ ਸੰਸਥਾ ਨੂੰ ਬਿਠਾਇਆ, ਕੁਝ ਬੰਦੇ ਧਰਨਾ ਲਾ ਕੇ ਬੈਠੇ ਆ, ਉਹ ਵੀ ਇਹਦਾ ਧਰਨਾ ਲਾ ਕੇ ਇਸ ਚੀਜ਼ ਦਾ ਕ੍ਰੈਡਿਟ ਆਪਣੇ ਸਿਰ ਲੈਣਾ ਚਾਹੁੰਦੇ ਆ। ਉਹਦੇ ਬਾਰੇ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਵੀ ਸਾਡੇ ਦਬਾਅ ਹੇਠ ਆ ਕੇ ਹੀ ਇਹਦਾ ਅੱਜ ਨਿਰਮਾਣ ਸ਼ੁਰੂ ਹੋਇਆ, ਇਹ ਕੀ ਗੱਲ ਸੱਚੀ ਆ? ਦੇਖੋ, ਆਨਲਾਈਨ ਟੈਂਡਰ ਸਿਸਟਮ ਆ, ਹਰ ਇੱਕ ਬੰਦੇ ਨੂੰ ਪਤਾ ਲੱਗ ਜਾਂਦਾ ਹੋਏ ਕੰਮ ਅਖੀਰਲੇ ਸਾਹਾਂ 'ਤੇ ਚਲਾ ਗਿਆ। ਤੇ ਜੇ ਕ੍ਰੈਡਿਟ ਵਾਰ ਜੇ ਹੁਣ ਚੀਚੀ ਵੱਢ ਕੇ ਮੈਂ ਕਹਾਂ ਮੈਂ ਸ਼ਹੀਦ ਦਾ ਦਰਜਾ ਪਾ ਲੂੰਗਾ, ਇਹ ਤਾਂ ਨਹੀਂ ਹੋ ਸਕਦਾ। ਤੇ ਜੇ ਧਰਨੇ 'ਤੇ ਬੈਠਿਆਂ ਕੰਮ ਹੋਣ ਤਾਂ ਮੈਂ ਵੀ ਧਰਨੇ 'ਤੇ ਬਹਿ ਜਾਂਦਾ। ਧਰਨੇ 'ਤੇ ਬੈਠਿਆਂ ਕੋਈ ਮਸਲੇ ਨਹੀਂ ਹੱਲ ਹੁੰਦੇ। ਨਾਲੇ ਇਹਨਾਂ ਦੇ ਬੈਠਿਆਂ ਕਿਸੇ ਦੇ ਕੰਨ 'ਤੇ ਜੂੰ ਸਰਕੀ, ਕਿਸੇ ਨੂੰ ਕੋਈ ਪਤਾ ਵੀ ਕੌਣ ਇੱਥੇ ਬੈਠਾ? ਮੈਨੂੰ ਨਹੀਂ ਪਤਾ ਸੀ ਇੱਥੇ ਬੈਠਿਆ, ਮੈਂ ਤਾਂ ਤੁਹਾਡੇ ਖਬਰਾਂ ਨਹੀਂ ਸੁਣਿਆ ਸੀ। ਤੇ ਅੱਜ ਵੀ ਮੈਂ ਗਿਆ ਸੀ, ਦੇਖਿਆ, ਮੈਂ ਕਿਹਾ 3-4 ਜਣੇ ਬੈਠੇ ਆ, ਮੈਂ ਕਿਹਾ ਚਲੋ ਮੈਂ ਕੱਲ੍ਹ ਹੀ ਡਿਸਟਰਬ ਕਰਨਾ, ਤਾਂ ਮੈਂ ਆਪਣਾ ਕੰਮ ਸ਼ੁਰੂ ਕਰਾ ਕੇ ਆ ਗਿਆ। ਤੇ ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਧਰਨਿਆਂ ਦਾ ਕਦੀ ਅੱਜ ਤੱਕ ਕੋਈ ਮਸਲਾ ਹੱਲ ਹੋਇਆ ਦੱਸੋ ਮੈਨੂੰ। ਸੋ ਇਸ ਕਰਕੇ ਇਹਦੇ ਲਈ ਕੰਮ ਪ੍ਰੈਕਟੀਕਲੀ ਕੰਮ ਕਰਨਾ ਪੈਂਦਾ। ਜਿਹੜੀ ਮੈਂ ਵੀ 3-4 ਮਹੀਨੇ ਤੋਂ ਜ਼ਿਆਦਾ ਅਗਰੈਸਿਵ ਹੋਇਆ ਸੀ ਵੀ ਕੰਮ ਅੱਜ ਸ਼ੁਰੂ ਹੋ ਜੂ 10 ਦਿਨਾਂ, ਜਿੱਦਾਂ ਮੈਨੂੰ ਉੱਪਰੋਂ ਮੈਸੇਜ ਮਿਲਦਾ ਹੀ ਉੱਦਾਂ, ਪਰ ਇਹਦੇ ਵਿੱਚ ਟੈਕਨੀਕਲੀ ਕਈ ਪ੍ਰੋਬਲਮਸ ਆ ਗਈਆਂ ਸੀ। ਤੇ ਜਿਹੜੇ ਅਫਸਰ ਕਹਿੰਦੇ ਸੀ ਜਿੰਨਾ ਚਿਰ ਅਸੀਂ ਵਰਕ ਆਰਡਰ ਨਹੀਂ ਸਾਨੂੰ ਮਿਲਦਾ ਉਨਾ ਚਿਰ ਅਸੀਂ ਇਹਨੂੰ ਨਹੀਂ ਕੰਮ ਸ਼ੁਰੂ ਕਰਾ ਸਕਦੇ, ਕਿਉਂਕਿ 5 ਕਰੋੜ ਤੱਕ ਚੀਫ ਦੀ ਪਾਵਰ ਸੀ। ਜਦੋਂ ਦਿੱਕਤ ਆਈ ਹੈ, ਟੈਂਡਰ ਪਹਿਲੋਂ ਲੱਗੇ ਨੂੰ 2 ਮਹੀਨੇ ਹੋ ਗਏ ਆ, ਤੇ ਨਾ ਕਰੋਨਾ ਕਰਕੇ ਵੀ ਵਿੱਚ ਦਿੱਕਤ ਆ ਗਈ, ਤੇ ਕਰੋਨਾ ਦਾ ਕਰਕੇ ਵਿੱਚ ਮਹੀਨਾ 1.5 ਮਹੀਨਾ ਉਹ ਕੰਮ ਨਹੀਂ ਚੱਲਿਆ, ਟੈਂਡਰ ਓਪਨ ਨਹੀਂ ਹੋਇਆ। ਟੈਂਡਰ ਲੱਗ ਗਏ ਸੀ, ਜਦੋਂ ਕਰੋਨਾ ਖੁੱਲ੍ਹਾ ਉਦੋਂ ਟੈਂਡਰ ਹੋ ਗਿਆ। ਇੱਕ ਫਿਰ ਕੋਈ ਕਮੇਟੀ ਬਣਦੀ ਆ, ਕਮੇਟੀ ਨੇ ਉਹ ਕਰਨਾ ਹੁੰਦਾ ਸਾਰਾ ਟੈਂਡਰਿੰਗ ਦਾ, ਉਹ ਕਮੇਟੀ ਬੈਠੀ ਗਈ ਕਰੋਨਾ ਤੋਂ ਬਾਅਦ। ਫਿਰ ਉਸ ਤੋਂ ਬਾਅਦ ਟੈਂਡਰ ਓਪਨ ਹੋਏ। ਟੈਂਡਰ ਓਪਨ ਹੋਣ ਤੋਂ ਬਾਅਦ ਇਹਦੇ ਵਿੱਚ ਇਹ 5 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਬਣ ਗਿਆ। ਇਕੱਲਾ ਇਹ ਨਹੀਂ ਹੈਗਾ, ਇਹਦੇ ਨਾਲ ਆ ਸ਼ਾਹਕੋਟ ਵਾਲਾ, ਮਲਸੀਆਂ, ਸਾਡੇ ਨਕੋਦਰ ਔਰ ਗਹੀਰਾਂ, ਇਹ ਕੋਈ ਕਰੀਬ 6 ਕਰੋੜ ਦੇ ਕਰੀਬ ਇਹ ਕੰਮ ਆ ਸਾਰੇ। ਇਹ ਜਦੋਂ 5 ਕਰੋੜ ਤੋਂ ਉੱਪਰ ਫਿਰ ਪਾਵਰ ਹੁੰਦੀ ਸੈਕਟਰੀ ਦੀ। ਫਿਰ ਇਹ ਕਮੇਟੀ ਨੇ ਉਹ ਸਾਰਾ ਕੇਸ ਬਣਾ ਕੇ ਚੀਫ ਦੇ ਰਿਕਮੈਂਡੇਸ਼ਨ ਨਾਲ ਸੈਕਟਰੀ ਕੋ ਗਿਆ। ਸੈਕਟਰੀ ਨੇ ਫਿਰ ਇਹਨੂੰ ਦੁਬਾਰਾ ਅਪਰੂਵਲ, ਫਿਰ ਉਹਦਾ ਜਵਾਬ ਮੰਗਿਆ। ਜਵਾਬ ਮੰਗਣ ਤੋਂ ਬਾਅਦ ਸੈਕਟਰੀ ਨੇ ਉਹਨੂੰ ਜਵਾਬ ਫੇਰ ਗਿਆ, ਫਿਰ ਅਪਰੂਵਲ ਦਿੱਤੀ। ਅਪਰੂਵਲ ਦੇਣ ਤੋਂ ਬਾਅਦ ਫਿਰ ਇਹ ਸਾਰਾ ਕੰਮ ਕਰਕੇ ਫਿਰ ਇਹਨੇ ਠੇਕੇਦਾਰ ਨੇ ਉਹ ਆਪਣੀ ਬਣਾ ਕੇ ਦੇਣੀ ਹੁੰਦੀ ਹੈ ਜਿਹੜੀਆਂ ਸਪੈਸੀਫਿਕੇਸ਼ਨ ਜਿਹੜੀਆਂ ਹੁੰਦੀਆਂ, ਜਾਂ ਇਹਨਾਂ ਦਾ ਲੈਵਲਿੰਗ ਕਰਕੇ ਸਾਰਾ ਕੁਝ ਕਿਹੜੇ ਮਟੀਰੀਅਲ ਕਿੰਨਾ ਇਹਦੇ ਦੀ ਇੱਕ ਬੁੱਕ ਬਣਦੀ ਆ, ਉਹਦੀ ਉਹ ਬਣ ਕੇ ਗਈ। ਉਸ ਤੋਂ ਬਾਅਦ ਇਹਦਾ ਵਰਕ ਆਰਡਰ ਹੋਇਆ। ਤੁਹਾਡੇ ਐਮਐਲਏ ਬਣਨ ਤੋਂ ਪਹਿਲਾਂ ਵੀ ਇਹ ਸੜਕ ਟੁੱਟੀ ਰਹੀ, ਤੁਸੀਂ ਵੀ ਇੱਥੋਂ ਲੰਘਦੇ ਰਹੇ, ਦੇਖਦੇ ਰਹੇ ਆ। ਉਹਦੇ ਵਿੱਚ ਕਈ ਵਾਰੀ ਇਹ ਗੱਲਾਂ ਸੁਣਨ ਨੂੰ ਸਾਹਮਣੇ ਆਈਆਂ ਵੀ ਇਹ ਸੜਕ ਇਸੇ ਤਰ੍ਹਾਂ ਹੀ ਰਹਿਣੀ ਆ, ਇਹਦਾ ਕੋਈ ਨਿਰਮਾਣ ਵਧੀਆ ਤਰੀਕੇ ਨਾਲ ਨਹੀਂ ਹੋਇਆ, ਜਾਂ ਇਹਨੂੰ ਰਿਪੇਅਰ ਦੇ ਵੀ ਟੈਂਡਰ ਲੱਗੇ। ਜਿਹੜੇ ਇੱਥੇ ਸਾਡੇ ਲੋਕਲ ਐਸਡੀਐਮ ਸਾਹਿਬ ਉਹ ਆਪਣੇ ਲੈਵਲ 'ਤੇ ਇਹਨੂੰ ਠੀਕ ਕਰਵਾਉਂਦੇ ਰਹੇ। ਹੁਣ ਅਸੀਂ ਕੀ ਸਮਝੀਏ ਵੀ ਇਹ ਕਿੰਨਾ ਟਾਈਮ ਬਾਊਂਡ ਆ ਇਹਦਾ, ਜਾਂ ਤੁਹਾਡੇ ਧਿਆਨ 'ਚ ਹੋਵੇ ਵੀ ਟੈਂਡਰ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਇਹ ਬਣਨੀ ਆ, ਅਤੇ ਇਹਦਾ ਨਿਰਮਾਣ ਕਿੰਨੀ ਦੇਰ ਬਾਅਦ ਮੁਕੰਮਲ ਹੋ ਜਾਣਾ, ਉਸ ਤੋਂ ਬਾਅਦ ਕਿੰਨੀ ਦੇਰ ਦਾ ਇਹਦਾ ਮੁਰੰਮਤ ਦਾ ਠੇਕਾ? ਇਹ ਮੇਰਾ ਖਿਆਲ ਅਸੀਂ 2-2.5 ਮਹੀਨੇ 'ਚ ਇਹਨੂੰ ਕੰਪਲੀਟ ਕਰ ਲਾਂਗੇ। ਕੰਮ ਅੱਜ ਸਟਾਰਟ ਹੋ ਗਿਆ। ਪਹਿਲਾਂ ਉਹਦਾ ਇਹਨੂੰ ਥੱਲਿਓਂ ਪੱਟਣੀ ਹੈ, ਪੱਟ ਕੇ ਇਹਦਾ ਥੱਲੇ ਬੇਸ ਬਣਾਉਣਗੇ, ਲੈਵਲ ਕੱਢਣਗੇ, ਪਹਿਲਾਂ ਪਾਣੀ ਕੱਢਣਗੇ, ਕਿਉਂ ਬਰਸਾਤਾਂ ਦਾ ਕਰਕੇ ਵੀ ਆ ਹਫ਼ਤਾ 10 ਦਿਨ ਲੇਟ ਅਸੀਂ, ਜਿੱਦਾਂ ਮੇਰਾ ਖਿਆਲ 10 ਕੁ ਦਿਨ ਤਾਂ ਹੋ ਗਏ, 12 ਦਿਨ ਵਰਕ ਆਰਡਰ ਕੱਟੇ ਨੂੰ। ਜਿੱਦਣ ਕਿ ਵਰਕ ਆਰਡਰ ਕੱਟਿਆ ਇਹਨਾਂ ਨੂੰ ਪਤਾ ਲੱਗ ਗਿਆ ਤੇ ਇਹ ਸ਼ਹੀਦ ਹੋਣ ਆ ਗਏ ਇੱਥੇ ਕ੍ਰੈਡਿਟ ਵਾਰ ਵਾਲੇ। ਸੋ ਇਸ ਕਰਕੇ ਔਰ ਉਸ ਤੋਂ ਬਾਅਦ ਇਹਦਾ ਥੱਲੇ ਬੇਸ ਬਣਾ ਕੇ ਇਹਨੂੰ ਲੈ ਕੇ ਆਵਾਂਗੇ, ਕਿਤੇ 3 ਫੁੱਟ, ਕਿਤੇ 3.25 ਫੁੱਟ, ਕਿਤੇ 2.5 ਫੁੱਟ, ਕਿਤੇ 2 ਫੁੱਟ, ਜਿੱਦਾਂ ਲੈਵਲਿੰਗ ਕਰਾਂਗੇ ਇਹਦੀ। ਜਿੰਨੀ ਮਿੱਟੀ ਪਊਗੀ 1.5 ਫੁੱਟ ਮਿੱਟੀ, 1.5 ਫੁੱਟ ਮਿੱਟੀ ਪੈਣੀ, ਕਿਤੇ ਫੁੱਟ ਸਵਾ ਫੁੱਟ ਮਟੀਰੀਅਲ ਪੈਣਾ, ਜਿਹਨਾਂ ਪੱਥਰ ਵਗੈਰਾ ਸਾਰਾ ਕੁਛ। ਉਹ 16 ਇੰਚ ਆ ਮੇਰਾ ਖਿਆਲ, ਜੋ ਵੀ ਹੈਗਾ। ਇਹਦੀਆਂ ਮੈਂ ਪੜ੍ਹੀਆਂ ਸੀ ਇੱਕ ਦਿਨ ਕਲੌਜ਼ ਜਿਹੜੀਆਂ ਲਿਖੀਆਂ ਸੀ, ਉਹਦੇ ਨਾਲ ਸਾਰਾ ਹੀ ਉਹ ਕਰਕੇ ਉਸ ਤੋਂ ਬਾਅਦ ਇਹਦਾ ਕੰਪਲੀਟ 2-2.5-3 ਮਹੀਨੇ 'ਚ ਠੇਕੇਦਾਰ ਕਹਿੰਦਾ ਮੈਂ 2 ਮਹੀਨੇ 'ਚ ਕੰਪਲੀਟ ਕਰ ਦੂੰਗਾ। ਜੰਗੀ ਪੱਧਰ 'ਤੇ ਕੰਮ ਸ਼ੁਰੂ ਕਰ ਦੂੰਗਾ 2-3 ਦਿਨ ਪੂਰੇ ਜ਼ੋਰ 'ਚ। ਬਰਸਾਤ ਨਾ ਕੋਈ ਪ੍ਰੋਬਲਮ ਕ੍ਰੀਏਟ ਕਰੇ, ਜਿੰਨੀ ਬਰਸਾਤ ਦਾ ਕੰਮ ਰੋਕੂਗੀ ਉਨਾ ਡਿਲੇ ਹੋਊਗਾ ਕੰਮ।
ਤੇ ਦੂਆ ਇਹ ਪ੍ਰੋਜੈਕਟ ਕੰਪਲੀਟ ਹੋਣ ਤੋਂ ਬਾਅਦ 3 ਸਾਲ ਦਾ ਉਹਦਾ ਮੇਨਟੇਨੈਂਸ ਦਾ ਵਿੱਚ ਇਹਦੇ ਹੈ। ਐਮਐਲਏ ਸਾਹਿਬ, ਹਲਕੇ ਦੇ ਲੋਕਾਂ ਦੀ ਹਮੇਸ਼ਾ ਇਹ ਗੱਲ ਰਹੀ ਆ ਵੀ ਇਹ ਸੜਕ ਦਾ ਟੁੱਟਣ ਦਾ ਪ੍ਰਮੁੱਖ ਕਾਰਨ ਪਾਣੀ ਦੀ ਨਿਕਾਸੀ ਨਾ ਹੋਣਾ, ਸੀਵਰੇਜ ਦਾ ਨਾ ਚੱਲਣਾ। ਕਰੋੜਾਂ ਰੁਪਈਆ ਪਿਛਲੇ ਐਮਐਲਏ ਸਾਹਿਬ ਨੇ ਵੀ ਲਾਇਆ, ਸੀਵਰੇਜ ਹਜੇ ਤੱਕ ਨਹੀਂ ਚੱਲਿਆ। ਉਹਦੇ ਕਾਰਨ ਦੱਸ ਸਕਦੇ ਹੋ? ਕਈ ਰੀਜਨ ਸੀ ਉਹਦੇ। ਪਹਿਲਾਂ ਤਾਂ ਸੀਵਰੇਜ ਬਹੁਤ ਜਗ੍ਹਾ ਤੇ ਪੈਣ ਵਾਲਾ ਸੀ, ਕੰਪਲੀਟ ਹੀ ਨਹੀਂ ਹੋਇਆ ਸੀ। ਸਾਰਾ ਸੀਵਰੇਜ ਕੰਪਲੀਟ ਕਰਾਇਆ ਹੁਣ ਸ਼ਹਿਰ ਦਾ। ਪੁਰਾਣਾ ਸੀਵਰੇਜ ਸੀ, ਉਹਨੂੰ ਵੇਖਿਆ ਵੀ ਉਹ ਕਿੱਥੋਂ ਕਿੱਧਰ ਨੂੰ ਕਨੈਕਸ਼ਨ ਕਰਨੇ, ਕਿੱਧਰ ਨੂੰ ਕਰਨੇ। ਸੜਕ ਤੇ ਕਈਆਂ ਜਗ੍ਹਾ ਤੋਂ ਕ੍ਰਾਸ ਕੀਤੀ, ਤੁਹਾਨੂੰ ਤੁਸੀਂ ਵੀ ਦੇਖਿਆ ਜਦ ਜਾਂਦੇ ਆ, ਉਹ ਸਾਰੇ ਲਿੰਕ ਜੋੜੇ। ਉਹ ਕਿਉਂਕਿ ਇਹ ਕੰਮ ਨੂੰ ਸਮਾਂ ਲੱਗਦਾ। ਉਹ ਤੋਂ ਬਾਅਦ ਠੀਕ ਹੈ, ਮੈਂ ਮੰਨਦਾ ਵੀ ਮੈਂ ਚਾਹੁੰਦਾ ਸੀ 1 ਸਾਲ ਪਹਿਲਾਂ ਇਹ ਚੱਲ ਪੈਂਦਾ, ਪਰ ਕਈ ਉਹ 'ਚ ਦਿੱਕਤਾਂ ਆ ਗਈਆਂ ਸੀ। ਅਤੇ ਹੁਣ ਸਾਡਾ ਫਾਈਨਲ ਸਟੇਜ 'ਤੇ ਆ। ਕਨੈਕਸ਼ਨ ਮੇਰਾ ਖਿਆਲ ਸਟਾਰਟ ਹੋ ਗਿਆ, ਸਾਰੀ ਮਸ਼ੀਨਰੀ ਲੱਗ ਗਈ ਆ ਅਤੇ ਅਸੀਂ ਸਾਰਾ ਇਹਨੂੰ ਓਕੇ ਹੋ ਗਿਆ ਵਾ। ਅਤੇ ਤਕਰੀਬਨ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਜੋੜਨ ਵਾਲੇ ਕਨੈਕਸ਼ਨ ਸਾਰੇ ਜੁੜ ਗਏ ਆ। ਤਕਰੀਬਨ ਕਿਤੇ ਕੋਈ ਪਾਰਟ ਮੇਰਾ ਰਹਿ ਨਹੀਂ ਗਿਆ ਸੀਵਰੇਜ ਦਾ। ਜੇ ਕੋਈ ਬਿਲਕੁਲ ਕਿਤੇ ਹੋਊਗਾ ਜਿੱਥੇ ਕੋਈ ਮੁਸ਼ਕਿਲ ਹੋਊਗੀ ਉੱਥੇ ਰਿਹਾ ਹੋਊਗਾ, ਜਾਂ ਕੋਈ ਡਿਸਕਿਊਟ ਹੋਊਗਾ, ਨਹੀਂ ਤਾਂ ਉੱਦਾਂ ਨਹੀਂ ਕਿਤੇ ਵੀ ਹੈਗਾ। ਸੀਵਰੇਜ ਕੰਪਲੀਟ ਆ, ਸਟਾਰਟਿੰਗ ਪ੍ਰੋਪਰ ਸਿਸਟਮ ਦੇ ਵਿੱਚ ਆ। ਔਰ ਜਿਹੜਾ ਇਹ ਪਾਣੀ ਆ ਰਿਹਾ ਨਾ ਰੋਡ 'ਚ, ਸੀਵਰੇਜ ਦਾ ਤਾਂ ਪਹਿਲਾਂ ਆਉਂਦਾ ਸੀ, ਹੁਣ ਹਟਿਆ ਆ। ਮੇਰਾ ਖਿਆਲ ਤੁਸੀਂ ਸਾਲ ਤੋਂ ਸੀਵਰੇਜ ਦਾ ਪਾਣੀ ਨਹੀਂ ਆਇਆ ਇੱਥੇ, ਉਹ ਅਸੀਂ ਪ੍ਰਬੰਧ ਕਰ ਲਿਆ ਸੀ ਉੱਥੇ। ਹੁਣ ਪਾਣੀ ਆਉਂਦਾ ਬਰਸਾਤ ਦਾ, ਸ਼ਹਿਰ 'ਚੋਂ ਜਿੰਨਾ ਪਾਣੀ ਵਿੱਚੋਂ ਸਾਰਾ ਘਰਾਂ ਦਾ, ਰੋਡ ਦੇ ਉੱਪਰ ਦੀ ਸਾਰਾ ਆਉਂਦਾ ਬਰਸਾਤ। ਉਹਦੇ ਲਈ ਵੀ ਅਸੀਂ ਹੁਣ ਲੋੜੀਂਦੇ ਪ੍ਰਬੰਧ ਕਰ ਰਹੇ ਹਾਂ। ਪ੍ਰਧਾਨ ਜੀ ਬੈਠੇ ਸਾਰੇ ਆ, MC ਸਾਹਿਬਾਨ ਦੀ ਇੱਕ ਅਸੀਂ ਮੀਟਿੰਗ ਕੀਤੀ ਸੀ ਵੀ ਇਹਦਾ ਹੱਲ ਕੀ ਕਰਨਾ। ਫਿਰ ਮੇਰੇ ਮਨ 'ਚ ਵੀ ਸੀ ਵੀ ਜਦ ਸਾਡੇ ਦੁਕਾਨਦਾਰਾਂ ਦਾ ਵੀ ਨੁਕਸਾਨ ਨਾ ਹੋਵੇ ਤਾਂ ਸਾਡਾ ਵੀ ਸ਼ਹਿਰ ਦਾ ਹੱਲ ਵਧੀਆ ਬਣ ਜੇ, ਸ਼ਹਿਰ ਸੋਹਣਾ ਦੇਖਣ ਨੂੰ ਲੱਗੇ। ਉਹਦੇ ਲਈ ਫਿਰ ਅਸੀਂ ਇੱਕ ਪ੍ਰੋਜੈਕਟ ਬਣਾਇਆ। ਦੋਨਾਂ ਜਿੱਥੇ ਅਸੀਂ ਖਾਲੇ ਬਣਾਉਂਦੇ ਸੀ, ਖਾਲੇ ਕੀ ਕਰਦੇ, ਦੁਕਾਨਦਾਰ ਝਾੜੂ ਮਾਰਦੇ ਆ ਤਾਂ ਮਿੱਟੀ ਵਿੱਚ ਸੁੱਟ ਦਿੰਦੇ ਆ। ਉਹ 6 ਮਹੀਨਿਆਂ ਬਾਅਦ, ਸਾਲ ਬਾਅਦ ਖਾਲਾ ਭਰ ਜਾਂਦਾ। ਮੁੜ ਕੇ ਉਹਦੇ ਉੱਪਰ ਛੱਤ ਪਾ ਦਿੰਦੇ ਆ, ਉਹ ਬਲੌਕ ਹੋ ਜਾਂਦਾ, ਪਾਣੀ ਨਹੀਂ ਚੱਲਦਾ। ਤਾਂ ਉਹ ਸੜਕ ਦੇ ਵਿੱਚ ਪਾਣੀ ਆ ਕੇ ਸੜਕ ਟੁੱਟਣ ਦਾ ਕਾਰਨ ਇਹ ਵੀ ਸੀ। ਅਸੀਂ ਉਹਦਾ ਹੁਣ ਇਹ ਹੱਲ ਲੱਭਿਆ ਵੀ 1.5 ਫੁੱਟ ਦਾ ਇੱਧਰ ਤਾਂ 1.5 ਫੁੱਟ ਦਾ ਉੱਧਰ, ਦੋਨੇ ਪਾਸੇ ਪਾਈਪ ਪਾ ਦਈਏ ਤਾਂ ਹੋਦੀਆਂ ਬਣਾ ਦਈਏ ਅਤੇ ਉੱਪਰ ਉਹਦੇ ਜਾਲੀ ਲਾ ਦਈਏ। ਜਿਹੜਾ ਬਰਸਾਤ ਦਾ ਪਾਣੀ ਉਹ ਅਸੀਂ ਖਾਲਿਆ ਉਹ ਪਾਈਪਾਂ ਰਾਹੀਂ ਕੱਢ ਕੇ ਬਾਹਰ ਲੈ ਜਾਈਏ। ਉੱਥੇ ਅੱਗੇ ਅਸੀਂ ਜਾ ਕੇ ਉਹਦਾ ਪ੍ਰਬੰਧ ਕਰਦੇ ਹਾਂ ਵੀ ਅਸੀਂ ਉਹ 'ਚ ਰੀਚਾਰਜ ਕਰਨਾ, ਬੋਰਿੰਗ ਕਰਦੇ ਹਾਂ, ਜਾਂ ਇਹਨੂੰ ਪਾਣੀ ਨੂੰ ਚੱਕ ਕੇ ਕਿਤੇ ਹੋਰ ਪਾਸੇ ਲੈ ਕੇ ਜਾਂਦੇ ਅੱਗੇ, ਉਹ ਅਸੀਂ ਜੋੜ ਲਾਂਗੇ ਅੱਗੇ ਜਾ ਕੇ ਕਨੈਕਸ਼ਨ। ਸੋ ਇਹੋ ਜਿਹੇ ਹੱਲ ਅਸੀਂ ਕਰਨਾ ਚਾਹੁੰਦੇ ਹਾਂ ਵੀ ਇਹ ਜਿਹੜਾ ਵਾਰ-ਵਾਰ ਸੜਕ ਟੁੱਟਣ ਵਾਲੀ ਸਮੱਸਿਆ ਵੀ ਇਹ ਖਤਮ ਕਰਨ ਲੱਗੇ। ਇਹ ਕੋਈ ਸਾਡਾ 1.5-2 ਕਰੋੜ ਰੁਪਈਆ ਲੱਗਣਾ ਇਹ 'ਤੇ ਵੀ। ਇਸ ਕੰਮ ਲਈ ਵੀ ਪਹਿਲਾਂ ਪੈਪ ਪਾਵਾਂਗੇ ਔਰ ਉਹਦੇ ਉੱਤੇ ਦੋਨਾਂ ਸਾਈਡਾਂ 'ਤੇ ਵਾਲ ਟੂ ਵਾਲ ਇੰਟਰਲੋਕ ਲਾਵਾਂਗੇ ਅਤੇ ਵਧੀਆ ਬਣਾ ਦਾਂਗੇ ਸ਼ਹਿਰ ਨੂੰ। ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਸਾਡੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਜਿਨ੍ਹਾਂ ਨਾਲ ਆਪਾਂ ਹਲਕੇ ਦੀਆਂ ਕੁਝ ਖਾਸ ਗਤੀਵਿਧੀਆਂ ਬਾਰੇ, ਸੜਕ ਬਾਰੇ, ਸੀਵਰੇਜ ਬਾਰੇ ਗੱਲਬਾਤ ਕੀਤੀ ਆ। ਅਤੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਨਸੂਨ ਕੋਈ ਇਹਦੇ ਵਿੱਚ ਦਿੱਕਤ ਨਾ ਪੇਸ਼ ਕਰੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ 2, 2.5, 3 ਮਹੀਨੇ ਦੇ ਵਿੱਚ ਇਹਨਾਂ ਸਾਰੀਆਂ ਮੁਸ਼ਕਲਾਂ ਤੋਂ ਆਪਾਂ ਨੂੰ ਨਿਜਾਤ ਮਿਲ ਸਕਦੀ ਆ, ਭਾਵੇਂ ਉਹ ਸੀਵਰੇਜ ਦੀ ਗੱਲ ਹੋਵੇ, ਭਾਵੇਂ ਉਹ ਸੜਕ ਨਿਰਮਾਣ ਦੀ ਗੱਲ ਹੋਵੇ। ਪੰਜਾਬ ਦਰਪਣ ਨਿਊਜ਼ ਲਈ ਸ਼ਾਹਕੋਟ ਤੋਂ ਸਿਮਰਨਜੀਤ ਸਿੰਘ ਲਵਲੀ ਅਤੇ ਮੌਂਟੀ ਅਰੋੜਾ ਦੀ ਵਿਸ਼ੇਸ਼ ਰਿਪੋਰਟ।